ਵਾਹਿਗੁਰੂ 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 ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਵਾਹਿਗੁਰੂ ਸਾਹਿਬ ਜੀਓ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸਪੁੰਨ, ਅਗਨ ਕੱਟੇ ਸਭ ਤੇਰੇ। ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ। ਜਿਨ ਗੁਰੂ ਨਾ ਦੇਖਿਓ ਨਿਹ ਕੀਓ, ਤੇ ਅਕਿਆਥ ਸੰਸਾਰ ਮੈਂ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ। ਗੁਰੂ ਗੋਬਿੰਦ ਸਿੰਘ ਸੇਵਕ ਜੱਥਾ ਮੁੰਬਈ, ਤਿੰਨਾਂ ਵੱਲੋਂ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਪਿਆਰਾ ਉਪਰਾਲਾ ਕੀਤਾ ਗਿਆ ਹੈ। ਨੌਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਕਵਿਜ਼ ਮੁਕਾਬਲਾ ਜੋ ਹੈ ਉਹ ਕਰਵਾਇਆ ਜਾ ਰਿਹਾ ਹੈ। ਸਾਧ ਸੰਗਤ, ਅੱਜ ਦਾਸ ਨੇ ਆਪ ਜੀ ਦੇ ਨਾਲ ਜਿਸ ਵਿਸ਼ੇ ਤੇ ਵਿਚਾਰਾਂ ਦੀ ਸਾਂਝ ਪਾਉਣੀ ਹੈ, ਉਹ ਵਿਸ਼ਾ ਹੈ ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਬੜੇ ਪਿਆਰ ਦੇ ਨਾਲ, ਬੜੇ ਧਿਆਨ ਦੇ ਨਾਲ, ਬੜੀ ਇਕਾਗਰਤਾ ਦੇ ਨਾਲ ਆਪਾਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇਤਿਹਾਸ ਸਰਵਣ ਕਰਨਾ ਹੈ ਅਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਆਓ ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਦਸ਼ਮੇਸ਼ ਪਿਤਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਵੱਲੋਂ
ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਇੱਕੋ ਵਾਰੀ ਕਹਿਣ ਤੇ ਗੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਿਰ ਮੈਂ ਸੰਗਤ ਦੇ ਧਿਆਨ ਵਿੱਚ ਲਿਆ ਦੇਵਾਂ ਕਿ ਅੱਜ ਦਾ ਜੋ ਦਾਸ ਦਾ ਵਿਸ਼ਾ ਹੈ ਉਹ ਹੈ ਗੁਰੂ ਲਾਧੋਰੇ। ਗੁਰੂ ਲਾਧੋਰੇ, ਇਸ ਵਿਸ਼ੇ ਤੇ ਦਾਸ ਨੇ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਬੜੇ ਧਿਆਨ ਨਾਲ, ਬੜੀ ਇਕਾਗਰਤਾ ਦੇ ਨਾਲ, ਬੜੇ ਪਿਆਰ ਅਤੇ ਭਾਵਨਾ ਦੇ ਨਾਲ ਆਪਾਂ ਵਿਚਾਰਾਂ ਜਿਹੜੀਆਂ ਨੇ ਉਹ ਸਰਵਣ ਕਰਨੀਆਂ ਨੇ। ਸਾਧ ਸੰਗਤ, ਆਪਾਂ ਸਾਰੇ ਜਾਣਦੇ ਹਾਂ ਬਾਬਾ ਗੁਰਦਿੱਤਾ ਜੀ ਨੇ ਕੀਰਤਪੁਰ ਸਾਹਿਬ ਵਸਾਇਆ ਤੇ ਇਸੇ ਹੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਾਬਾ ਗੁਰਦਿੱਤਾ ਜੀ ਅਤੇ ਮਾਤਾ ਨਿਹਾਲ ਕੌਰ ਜੀ ਦੀ ਕੁੱਖ ਤੋਂ 16 ਜਨਵਰੀ 1630 ਨੂੰ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੋ ਸਾਰਾ ਹੀ ਬਚਪਨ ਹੈ ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੱਥਾਂ ਦੇ ਵਿੱਚ ਬਤੀਤ ਹੋਇਆ। ਸਾਧ ਸੰਗਤ, ਰਿਸ਼ਤੇ ਦੇ ਵਿੱਚ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪੋਤਰੇ ਲੱਗਦੇ ਨੇ ਔਰ ਜਿੰਨੇ ਰੱਬੀ ਗੁਣ ਸਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ, ਉਹ ਸਾਰੇ ਹੀ ਰੱਬੀ ਗੁਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਝੋਲੀ ਦੇ ਵਿੱਚ ਪਾ ਦਿੱਤੇ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਦਾਦਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੜਾ ਪਿਆਰ ਕਰਦੇ ਨੇ ਔਰ ਹਰ ਬਚਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਮੰਨਦੇ ਨੇ। ਹੁਣ ਸਾਧ ਸੰਗਤ ਧਿਆਨ ਦੇਣਾ, ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਵਿਆਹ ਬੁਲੰਦ ਸ਼ਹਿਰ ਯੂਪੀ ਦੇ ਰਹਿਣ ਵਾਲੇ ਦਇਆ ਰਾਮ ਦੀ ਸੁਪੁੱਤਰੀ ਮਾਤਾ ਕ੍ਰਿਸ਼ਨ ਕੌਰ ਜੀ ਦੇ ਨਾਲ ਹੋਇਆ। ਫਿਰ ਬੇਨਤੀ ਧਿਆਨ ਨਾਲ ਸਰਵਣ ਕਰਿਓ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦਾ ਵਿਆਹ ਬੁਲੰਦ ਸ਼ਹਿਰ ਯੂਪੀ ਦੇ ਰਹਿਣ ਵਾਲੇ ਭਾਈ ਦਇਆ ਰਾਮ ਦੀ ਸੁਪੁੱਤਰੀ ਮਾਤਾ ਕ੍ਰਿਸ਼ਨ ਕੌਰ ਜੀ ਦੇ ਨਾਲ ਹੋਇਆ। ਸਾਧ ਸੰਗਤ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ 3 ਮਾਰਚ 1644 ਨੂੰ ਹਰ ਪੱਖ ਤੋਂ ਸੰਪੂਰਨ ਜਾਣ ਕੇ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ। ਫਿਰ ਬੇਨਤੀ ਸਰਵਣ ਕਰਿਓ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਹਰ ਪੱਖ ਤੋਂ ਸੰਪੂਰਨ ਜਾਣ ਕੇ ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ 3 ਮਾਰਚ 1644 ਦੇ ਵਿੱਚ ਗੁਰਤਾ ਗੱਦੀ ਦਿੱਤੀ। ਹੁਣ ਸਾਧ ਸੰਗਤ, ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ 2 ਸੁਪੁੱਤਰਾਂ ਦਾ ਜਨਮ ਹੁੰਦਾ ਹੈ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ 2 ਸੁਪੁੱਤਰਾਂ ਦਾ ਜਨਮ ਹੁੰਦਾ ਹੈ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਨੇ ਬਾਬਾ ਰਾਮ ਰਾਏ ਜੀ ਤੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਛੋਟੇ ਸੁਪੁੱਤਰ ਨੇ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ। ਸਾਧ ਸੰਗਤ, 7 ਜੁਲਾਈ 1656 ਨੂੰ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖ ਤੋਂ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਏ ਕੀਰਤਪੁਰ ਸਾਹਿਬ ਦੀ ਧਰਤੀ ਤੇ। ਹੁਣ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ 2 ਸੁਪੁੱਤਰ ਨੇ, ਰਾਮ ਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ। ਹੁਣ ਸਾਧ ਸੰਗਤ, ਆਪਾਂ ਸਾਰੇ ਹੀ ਜਾਣਦੇ ਹਾਂ ਜਿਹੜੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਨੇ ਰਾਮ ਰਾਏ ਜੀ, ਜਦੋਂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਦਿੱਲੀ ਭੇਜਿਆ ਸੀ ਤੇ ਔਰੰਗਜ਼ੇਬ ਨੂੰ ਖੁਸ਼ ਰੱਖਣ ਵਾਸਤੇ, ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਜਦੋਂ ਔਰੰਗਜ਼ੇਬ ਵੱਲੋਂ ਪੁੱਛਿਆ ਗਿਆ ਸੀ ਕਿ ਆਹ ਜਿਹੜੀ ਪੰਕਤੀ ਏ
ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹਦੇ ਵਿੱਚ ਇਸਲਾਮ ਦੀ ਤੋਹੀਨ ਕੀਤੀ ਗਈ ਹੈ, ਮੁਸਲਮਾਨਾਂ ਬਾਰੇ ਮਾੜਾ ਕਿਹਾ ਗਿਆ ਹੈ। ਤੇ ਔਰੰਗਜ਼ੇਬ ਨੂੰ ਖੁਸ਼ ਕਰਨ ਵਾਸਤੇ ਰਾਮ ਰਾਏ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਨਹੀਂ, ਇੱਥੇ ਲੁਖਾਰੀ ਕੋ ਭੁੱਲ ਹੋ ਚੁੱਕੀ ਹੈ, ਇੱਥੇ ਅਸਲ ਦੇ ਵਿੱਚ ਮਿੱਟੀ ਮੁਸਲਮਾਨ ਕੀ ਨਹੀਂ, ਬਲਕਿ ਇੱਥੇ ਸ਼ਬਦ ਜਿਹੜਾ ਹੈ ਇਹ ਮਿੱਟੀ ਬੇਈਮਾਨ ਕੀ ਹੈ। ਹੁਣ ਸਾਧ ਸੰਗਤ, ਗੁਰਬਾਣੀ ਦੀ ਬੇਅਦਬੀ ਕੀਤੀ, ਗੁਰਬਾਣੀ ਦੀ ਤੋਹੀਨ ਕੀਤੀ, ਜਦੋਂ ਇਹ ਸਾਰੀ ਗੱਲ ਦਾ ਪਤਾ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੱਗਾ, ਤੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਗੱਲ ਕਹੀ ਸੀ, ਅੱਜ ਤੋਂ ਬਾਅਦ ਅਸੀਂ ਤੇਰੇ ਪਿਤਾ ਨਹੀਂ, ਤੂੰ ਸਾਡਾ ਪੁੱਤਰ ਨਹੀਂ, ਜਿੱਧਰ ਨੂੰ ਵੀ ਤੇਰਾ ਮੂੰਹ ਹੈ ਤੂੰ ਉਧਰ ਨੂੰ ਚਲਿਆ ਜਾ। ਹੁਣ ਸਾਧ ਸੰਗਤ, ਇਹ ਤੋਂ ਪਤਾ ਲੱਗਦਾ ਵੀ ਗੁਰੂ ਸਾਹਿਬ ਗੁਰਬਾਣੀ ਦਾ ਕਿੰਨਾ ਸਤਿਕਾਰ ਕਰਦੇ ਨੇ। ਹੁਣ ਜਦੋਂ ਇਹ ਸਾਰਾ ਕੁਝ ਔਰੰਗਜ਼ੇਬ ਨੇ ਵੇਖਿਆ, ਉਹਨੇ ਮੌਕੇ ਦਾ ਫਾਇਦਾ ਚੁੱਕਿਆ। ਰਾਮ ਰਾਏ ਨੂੰ ਆਪਣੇ ਨਾਲ ਜੋੜਨ ਵਾਸਤੇ, ਆਪਣੇ ਨਾਲ ਗੰਢਣ ਵਾਸਤੇ ਉਹਨੇ ਰਾਮ ਰਾਏ ਨੂੰ ਜਗੀਰਾਂ ਦੇ ਦਿੱਤੀਆਂ, ਭਾਵ ਡੇਰੇ ਦੇ ਦਿੱਤੇ। ਤੇ ਉਹਨੂੰ ਕਿੱਥੇ ਭੇਜ ਦਿੱਤਾ? ਉਹਨੂੰ ਦੂਣ ਭੇਜ ਦਿੱਤਾ, ਜਿਹਨੂੰ ਅੱਜ ਆਪਾਂ ਡੇਰਾ ਦੂਣ ਕਹਿੰਦੇ ਆ ਨਾ ਸਾਧ ਸੰਗਤ। ਕਿਸੇ ਸਮੇਂ ਡੇਰਾ ਦੂਣ ਦਾ ਨਾਮ ਕੱਲਾ ਦੂਣ ਸੀ, ਕਿਸੇ ਸਮੇਂ ਡੇਰਾ ਦੂਣ ਦਾ ਨਾਮ ਕੱਲਾ ਦੂਣ ਸੀ। ਤੇ ਜਦੋਂ ਔਰੰਗਜ਼ੇਬ ਨੇ ਰਾਮ ਰਾਏ ਨੂੰ ਦੂਣ ਭੇਜਿਆ, ਉਹਦੇ ਨਾਲ ਜਗੀਰਾਂ ਲਵਾ ਦਿੱਤੀਆਂ, ਉਹਦੇ ਨਾਲ ਡੇਰੇ ਲਗਾ ਦਿੱਤੇ ਗਏ, ਤੇ ਉਸ ਤੋਂ ਬਾਅਦ ਉਸ ਸ਼ਹਿਰ ਦਾ ਨਾਂ ਪੈ ਗਿਆ ਡੇਰਾ ਦੂਣ। ਹੁਣ ਸਾਧ ਸੰਗਤ, ਰਾਮ ਰਾਏ ਜਿਹਨੂੰ ਗੁਰੂ ਸਾਹਿਬ ਨੇ ਮੂੰਹ ਨਹੀਂ ਲਾਇਆ, ਇਹ ਗੱਲ ਕਹੀ ਕਿ ਨਾ ਅਸੀਂ ਤੇਰੇ ਪਿਤਾ, ਨਾ ਤੂੰ ਸਾਡਾ ਪੁੱਤਰ, ਤੂੰ ਸਾਰੀ ਜ਼ਿੰਦਗੀ ਘਰ ਨਹੀਂ ਵੜਨਾ, ਸਾਡੇ ਮੱਥੇ ਨਹੀਂ ਲੱਗਣਾ, ਕਿਉਂਕਿ ਤੂੰ ਗੁਰਬਾਣੀ ਦੀ ਬੇਅਦਬੀ ਕੀਤੀ ਏ, ਗੁਰਬਾਣੀ ਦੀ ਤੁਕ ਬਦਲੀ ਏ। ਹੁਣ ਜੇ ਆਪਾਂ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਗੱਲ ਕਰੀਏ, ਤੇ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਜੀਵਨ ਹੈ ਉਹ ਬਹੁਤ ਵਧੀਆ ਹੈ। ਤੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਹਰ ਪੱਖ ਤੋਂ ਸੰਪੂਰਨ ਜਾਣ ਕੇ, ਹਰ ਪੱਖ ਤੋਂ ਸੰਪੂਰਨ ਜਾਣ ਕੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ 6 ਅਕਤੂਬਰ 1661 ਨੂੰ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਤਾ ਗੱਦੀ ਦੇ ਦਿੱਤੀ। ਸਾਧ ਸੰਗਤ ਧਿਆਨ ਦੇਣਾ, 1656 ਦੇ ਵਿੱਚ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ ਕੀਰਤਪੁਰ ਸਾਹਿਬ ਦੀ ਧਰਤੀ ਤੇ। ਤੇ 1661 ਦੇ ਵਿੱਚ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਨੂੰ ਗੁਰਿਆਈ ਦਿੰਦੇ ਨੇ। ਉਸ ਸਮੇਂ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਦੀ ਉਮਰ ਕੇਵਲ 5 ਸਾਲ ਦੀ ਹੈ। ਔਰ ਇਸ ਜ਼ਿੰਮੇਵਾਰੀ ਨੂੰ ਕੁਝ ਸਿੱਖ ਸੰਗਤਾਂ ਨੇ ਸ਼ੰਕੇ ਕੀਤੇ ਕਿ ਗੁਰੂ ਜੀ ਦੀ ਤੇ ਉਮਰ ਬੜੀ ਛੋਟੀ ਹੈ, ਗੁਰੂ ਜੀ ਦੀ ਤੇ ਉਮਰ ਬੜੀ ਛੋਟੀ ਹੈ, ਇਹ ਤੇ ਸਰੀਰਕ ਤੌਰ ਤੇ ਬਾਲਕ ਨੇ, ਇਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਕਿੱਦਾਂ ਨਿਭਾਉਣਗੇ? ਇਹ ਸੰਗਤਾਂ ਦੇ ਸ਼ੰਕੇ ਕਿੱਦਾਂ ਨਿਵਰਤ ਕਰਨਗੇ? ਪਰ ਸਾਧ ਸੰਗਤ ਧਿਆਨ ਦੇਣਾ, ਮੈਂ ਬੇਨਤੀ ਕਰਾਂ, ਗੁਰੂ ਸਰੀਰ ਨਹੀਂ, ਗੁਰੂ ਜੋਤ ਹੈ, ਗੁਰੂ ਜੋਤ ਹੈ, ਗੁਰੂ ਸਰੀਰ ਨਹੀਂ। ਔਰ ਮੈਂ ਬੇਨਤੀ ਕਰਾਂ ਸਾਧ ਸੰਗਤ, ਉਮਰ ਦਾ ਜੋਤ ਦੇ ਨਾਲ ਕੋਈ ਸੰਬੰਧ ਨਹੀਂ। ਸਾਧ ਸੰਗਤ, ਇਸ ਜ਼ਿੰਮੇਵਾਰੀ ਨੂੰ ਧੰਨ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਹੁਤ ਸੋਹਣੇ, ਬਹੁਤ ਵਧੀਆ ਢੰਗ ਦੇ ਨਾਲ ਨਿਭਾਇਆ। ਹੁਣ ਆਪਾਂ ਸਾਰੇ ਜਾਣਦੇ ਹਾਂ, ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਗਏ। ਜਦੋਂ ਸਤਿਗੁਰੂ ਪਾਤਸ਼ਾਹ ਦਿੱਲੀ ਗਏ ਤੇ ਦਿੱਲੀ ਦੀ ਧਰਤੀ ਤੇ ਚੇਚਕ ਦੀ ਬਿਮਾਰੀ ਫੈਲੀ ਹੋਈ ਸੀ, ਚੇਚਕ ਦੀ ਬਿਮਾਰੀ, ਜਿਹਨੂੰ ਇੰਗਲਿਸ਼ ਦੇ ਵਿੱਚ ਚਿਕਨ ਪੌਕਸ ਵੀ ਕਿਹਾ ਜਾਂਦਾ ਹੈ। ਚੇਚਕ ਦੀ ਬਿਮਾਰੀ ਫੈਲ ਗਈ, ਚਿਕਨ ਪੌਕਸ ਦੀ ਬਿਮਾਰੀ ਫੈਲ ਗਈ, ਲੋਕਾਂ ਦਾ ਬੁਰਾ ਹਾਲ ਹੈ, ਦਿੱਲੀ ਦੀ ਧਰਤੀ ਤੇ ਲੋਕ ਮਰ ਰਹੇ ਨੇ। ਤੇ ਸਾਧ ਸੰਗਤ, ਤਨ ਮਨ ਧਨ ਦੇ ਨਾਲ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਲੋਕਾਂ ਦੀ ਸੇਵਾ ਕੀਤੀ। ਜਦੋਂ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਲੋਕਾਂ ਦੀ ਸੇਵਾ ਕੀਤੀ, ਉਹਨਾਂ ਦੇ ਦੁੱਖ ਤੇ ਮਹਾਰਾਜ ਨੇ ਦੂਰ ਕਰ ਦਿੱਤੇ। ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁੱਖ ਜਾਏ। ਉਹਨਾਂ ਲੋਕਾਂ ਦੇ ਦੁੱਖ ਤੇ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਨੇ ਦੂਰ ਕਰ ਦਿੱਤੇ। ਉਹਨਾਂ ਦਾ ਸਾਰਾ ਦੁੱਖ ਧੰਨ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਨੇ ਆਪਣੇ ਤੇ ਲੈ ਲਿਆ। ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਜੀ ਨੂੰ ਵੀ ਇਹ ਜਿਹੜੀ ਬਿਮਾਰੀ ਉਹ ਲੱਗ ਗਈ, ਭਾਵ ਲੋਕਾਂ ਦਾ ਦੁੱਖ ਗੁਰੂ ਸਾਹਿਬ ਨੇ ਆਪਣੇ ਤੇ ਲੈ ਲਿਆ। ਹੁਣ ਸਾਧ ਸੰਗਤ ਧਿਆਨ ਦੇਣਾ, ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅੰਤਮ ਸਮਾਂ ਆ ਗਿਆ ਔਰ ਦਿੱਲੀ ਦੀ ਧਰਤੀ ਤੇ ਗੁਰੂ ਹਰਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ
30 ਮਾਰਚ 1664 ਨੂੰ ਜੋਤੀ ਜੋਤ ਸਮਾਉਂਦੇ ਨੇ। ਪਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਧੰਨ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਮੁਖਾਰਬਿੰਦ ਤੋਂ ਇਹ ਬਚਨ ਕਹਿੰਦੇ ਨੇ, ਬਾਬਾ ਬਸੇ ਗ੍ਰਾਮ ਬਕਾਲੇ ਸਿੱਖ ਸੰਗਤ ਬਹੁ ਸਦ ਸੰਭਾਲੇ। ਵੀ ਸਿੱਖਾਂ ਦੇ ਜਿਹੜੇ ਅਗਲੇ ਗੁਰੂ ਨੇ ਉਹ ਬਕਾਲੇ ਦੀ ਧਰਤੀ ਤੇ ਨੇ। ਸਾਧ ਸੰਗਤ, ਇਸੇ ਤਰ੍ਹਾਂ ਬਾਬੇ ਬਕਾਲੇ ਦਾ ਪਹਿਲਾ ਨਾਮ ਵੀ ਕੱਲਾ ਬਕਾਲਾ ਸੀ। ਬਾਬੇ ਬਕਾਲੇ ਦਾ ਪਹਿਲਾ ਨਾਮ ਵੀ ਕੱਲਾ ਬਕਾਲਾ ਸੀ। ਜਦੋਂ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਦਿੱਲੀ ਦੀ ਧਰਤੀ ਤੇ ਜੋਤੀ ਜੋਤ ਸਮਾਉਂਦੇ ਨੇ ਤੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਇਹ ਗੱਲ ਕਹਿੰਦੇ ਨੇ, ਬਾਬਾ ਬਸੈ ਗ੍ਰਾਮ ਬਕਾਲੇ ਸਿੱਖ ਸੰਗਤ ਬਹੁ ਸਦ ਸੰਭਾਲੇ। ਵੀ ਉਹਨਾਂ ਨੇ ਅੱਗੇ ਸਿੱਖ ਸੰਗਤ ਦੀ ਜਿਹੜੀ ਹੈ ਸੰਭਾਲ ਕਰਨੀ ਹੈ, ਸਿੱਖ ਸੰਗਤ ਨੂੰ ਉਪਦੇਸ਼ ਦੇਣਾ ਹੈ, ਸਿੱਖ ਸੰਗਤ ਦੇ ਸ਼ੰਕੇ ਨਿਵਰਤ ਕਰਨੇ ਨੇ, ਸਿੱਖ ਸੰਗਤ ਨੂੰ ਇੱਕ ਨਿਰੰਕਾਰ ਦੇ ਨਾਲ ਅਕਾਲ ਪੁਰਖ ਪਰਮਾਤਮਾ ਦੇ ਨਾਲ ਜੋੜਨਾ ਹੈ। ਤੇ 9ਵੇਂ ਗੁਰੂ ਜਿਹੜੇ ਨੇ ਉਹ ਬਕਾਲੇ ਦੀ ਧਰਤੀ ਨੇ, ਬਾਬਾ ਬਸੈ ਗ੍ਰਾਮ ਬਕਾਲੇ। ਤੇ ਬਾਅਦ ਦੇ ਵਿੱਚ ਬਕਾਲੇ ਦਾ ਨਾਮ ਪੈ ਗਿਆ ਬਾਬਾ ਬਕਾਲਾ। ਹੁਣ ਸਾਧ ਸੰਗਤ, ਇਧਰੋਂ ਜਦੋਂ ਇਹ ਗੱਲ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਕਹੀ, ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਰਿਸ਼ਤੇ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ ਦੇ ਦਾਦਾ ਜੀ ਲੱਗਦੇ ਨੇ। ਬਾਬਾ ਗੁਰਦਿੱਤਾ ਜੀ ਦੇ ਪੁੱਤ ਨੇ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸੁਪੁੱਤਰ ਨੇ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਮਹਾਰਾਜ। ਤੇ ਬਾਬਾ ਗੁਰਦਿੱਤਾ ਜੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਸਕੇ ਭਰਾ ਨੇ। ਬਾਬੇ ਦਾ ਮਤਲਬ ਹੈ ਦਾਦਾ, ਤੇ ਇਸੇ ਕਰਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਹਿੰਦੇ ਬਾਬਾ ਬਸੈ ਗ੍ਰਾਮ ਬਕਾਲੇ ਸਿੱਖ ਸੰਗਤ ਬਹੁ ਸਦ ਸੰਭਾਲੇ। ਹੁਣ ਸਾਧ ਸੰਗਤ, ਜਦੋਂ ਇਹ ਗੱਲ ਕਹੀ, ਇਧਰੋਂ ਮੱਖਣ ਸ਼ਾਹ ਲੁਬਾਣਾ ਜਿਹਦਾ ਜਹਾਜ਼ ਡੁੱਬ ਰਿਹਾ ਸੀ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ। ਖੁਦਾ ਕਰਤਾ ਹੈ ਮਨਜ਼ੂਰ ਅਰਦਾਸ ਜਬ ਦਿਲ ਸੇ ਹੋਤੀ ਹੈ, लेकिन मुश्किल तो यही है जे बहुत मुश्किल से होती है। साध संगत, अरदास दी सिख धर्म दे विच गुरबाणी दे विच बहुत महानता है। जदों भी सिख नूं कोई दुख है, कोई तकलीफ है, सिख दा कोई आसरा नहीं, ते साध संगत सिख ने भावना दे नाल, शरधा दे नाल, प्यार दे नाल, निमरता दे नाल अपने गुरु दे चरनां दे विच अरदास करनी है। ਤੇ ਜਦੋਂ ਸਿੱਖ ਭਾਵਨਾ ਦੇ ਨਾਲ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ, ਇਹ ਕਦੀ ਹੋ ਹੀ ਨਹੀਂ ਸਕਦਾ ਗੁਰੂ ਆਪਣੇ ਸਿੱਖ ਦੀ ਅਰਦਾਸ ਨੂੰ ਪ੍ਰਵਾਨ ਨਾ ਕਰੇ। ਮਹਾਰਾਜ ਕਹਿੰਦੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਯੋਰ ਗੋਬਿੰਦ ਕਾ ਪੂਰਨ ਗੁਣਤਾਸ। ਇਹ ਮੇਰੇ ਗੁਰੂ ਦਾ ਸੁਭਾਅ ਹੈ, ਜੋ ਮੰਗੈ ਠਾਕੁਰ ਆਪਣੇ ਤੇ सोई सोई देवै। ये मेरे गुरु का सुभाव है, जो मांगै सोई सोई पावै, सेव हर के चरण परायण अविनाशी खेम चाहे जे नानक सदा सिमर नारायण। हुण साध संगत, इसे करके कलगीधर ने कहा ना, तेग बहादुर सिमरै घर नौ निध आवै धाए, सब थाई होए सहाय। ਜਿਹੜਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰੇਗਾ ਭਾਵਨਾ ਨਾਲ, ਪਿਆਰ ਨਾਲ, ਉਹਦੇ ਸਾਰੇ ਦੁੱਖ ਕੱਟੇ ਜਾਣਗੇ, 9 ਨਿਧੀਆਂ 18 ਸਿੱਧੀਆਂ ਉਹਦੇ ਘਰ ਵਿੱਚ ਆ ਜਾਣਗੀਆਂ, ਤੇ ਸਦਾ ਹੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਉਹਦੇ ਅੰਗ ਸੰਗ ਰਹਿਣਗੇ, ਸਦਾ ਹੀ ਅੰਗ ਸੰਗ। ਹੁਣ ਸਾਧ ਸੰਗਤ, ਬਾਬਾ ਮੱਖਣ ਸ਼ਾਹ ਲੁਬਾਣਾ ਇਹਨੇ ਅਰਦਾਸ ਕੀਤੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ। ਸਾਧ ਸੰਗਤ, ਇਹ ਬਾਬਾ ਮੱਖਣ ਸ਼ਾਹ ਲੁਬਾਣਾ, ਇਹਦਾ ਜਿਹੜਾ ਪਰਿਵਾਰ ਹੈ ਨਾ, ਇਹਦਾ ਪਰਿਵਾਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਸਮੇਂ ਤੋਂ ਹੀ ਸਿੱਖੀ ਦੇ ਨਾਲ ਜੁੜਿਆ ਹੈ। ਸਾਧ ਸੰਗਤ ਧਿਆਨ ਦੇਣਾ, ਮੈਂ ਥੋੜਾ ਜਿਹਾ ਬਾਬਾ ਮੱਖਣ ਸ਼ਾਹ ਲੁਬਾਣੇ ਦੇ ਪਿਛੋਕੜ ਦੀ ਗੱਲ ਕਰਨ ਲੱਗਾ। ਸਾਧ ਸੰਗਤ, 1522 ਦੇ ਵਿੱਚ ਇੱਕ ਰਾਜਾ ਹੋਇਆ ਧੱਜ। 1522 ਦੇ ਵਿੱਚ ਇੱਕ ਰਾਜਾ ਹੋਇਆ ਧੱਜ। ਧੱਜ ਦਾ ਪੁੱਤਰ ਹੈ ਕੋਹ ਧੱਜ, ਕੋਹ ਧੱਜ ਦਾ ਪੁੱਤਰ ਹੈ ਕਰਨ, ਕਰਨ ਦਾ ਪੁੱਤਰ ਹੈ ਕੈਸ਼ਵ, ਕੈਸ਼ਵ ਦਾ ਪੁੱਤਰ ਹੈ ਚਾਡਾ, ਚਾਡੇ ਦਾ ਪੁੱਤਰ ਹੈ ਥਿੱਡਾ, ਥਿੱਡੇ ਦਾ ਪੁੱਤਰ ਹੈ ਮੌਲਾ, ਮੌਲੇ ਦਾ ਪੁੱਤਰ ਹੈ ਮੌਤਾ, ਤੇ ਮੌਤੇ ਦਾ ਪੋਤੜਾ ਹੈ ਭਾਈ ਬਹੋੜੂ, ਮੌਤੇ ਦਾ ਪੋਤਰਾ ਹੈ ਭਾਈ ਬਹੋੜੂ। ਹੁਣ ਸਾਧ ਸੰਗਤ ਧਿਆਨ ਦੇਣਾ,
ਭਾਈ ਬਹੋੜੂ ਦਾ ਜਿਹੜਾ ਪੁੱਤਰ ਹੈ ਉਹ ਹੈ ਭਾਈ ਸੌਣ। ਭਾਈ ਸੌਣ। ਹੁਣ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਲੇਹ ਲਦਾਖ, ਕਾਰਗਿਲ ਤੇ ਉਸ ਤੋਂ ਬਾਅਦ ਮਟਨ, ਤੇ ਮਟਨ ਤੋਂ ਅੱਗੇ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਮੁਜ਼ੱਫਰਾਬਾਦ ਪਹੁੰਚੇ, ਇਹ ਮੁਜ਼ੱਫਰਾਬਾਦ ਅੱਜ ਪਾਕਿਸਤਾਨ ਦੇ ਵਿੱਚ, ਇਹ ਕਸ਼ਮੀਰ ਵਾਲਾ ਏਰੀਆ, ਉੱਤਰੀ ਭਾਰਤ, ਇਹ ਕਸ਼ਮੀਰ ਵਾਲਾ ਏਰੀਆ। ਔਰ ਇਹ ਸਾਧ ਸੰਗਤ ਜਿਹੜਾ ਮੁਜ਼ੱਫਰਾਬਾਦ ਹੈ ਇਹ ਅੱਜ ਦੇ ਪਾਕਿਸਤਾਨ ਦੇ ਵਿੱਚ ਹੈ, ਪਾਕਿਸਤਾਨ ਦੇ ਵਿੱਚ। ਇਸੇ ਮੁਜ਼ੱਫਰਾਬਾਦ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਹੈ, ਉਹ ਪਿੰਡ ਦਾ ਨਾਮ ਹੈ ਗੁਜਰਾਤ। ਇਹ ਗੁਜਰਾਤ ਇੱਧਰ ਲਹਿੰਦੇ ਵਾਲਾ ਨਹੀਂ, ਇਹ ਗੁਜਰਾਤ ਇੱਧਰ ਪਾਕਿਸਤਾਨ ਦੇ ਵਿੱਚ ਛੋਟਾ ਜਿਹਾ ਪਿੰਡ ਪੈਂਦਾ ਹੈ ਮੁਜ਼ੱਫਰਾਬਾਦ ਦੇ ਵਿੱਚ। ਸਾਧ ਸੰਗਤ ਇਸ ਪਿੰਡ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਗਏ ਭਾਈ ਮਰਦਾਨਾ ਜੀ ਦੇ ਨਾਲ। ਮੁਜ਼ੱਫਰਾਬਾਦ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਪੈਂਦਾ ਗੁਜਰਾਤ। ਇਹ ਜਿਹੜਾ ਗੁਜਰਾਤ ਪਿੰਡ ਹੈ ਇਹ ਰਾਮ ਗੋਪਾਲ ਗੁੱਜਰ ਤੋਂ ਵਸਿਆ ਹੋਇਆ ਪਿੰਡ ਹੈ। ਤੇ ਇਸ ਪਿੰਡ ਦੇ ਵਿੱਚ ਗੁਰੂ ਨਾਨਕ ਸਾਹਿਬ ਜਦੋਂ ਦੁਨੀਆ ਨੂੰ ਤਾਰਦੇ ਹੋਏ ਜਦੋਂ ਮਹਾਰਾਜ ਇਸ ਪਿੰਡ ਦੇ ਵਿੱਚ ਪਹੁੰਚੇ, ਤੇ ਸਾਧ ਸੰਗਤ ਇਸੇ ਪਿੰਡ ਦਾ ਰਹਿਣ ਵਾਲਾ ਭਾਈ ਬਹੋੜੂ, ਭਾਈ ਬਹੋੜੂ, ਤੇ ਭਾਈ ਬਹੋੜੂ ਦਾ ਪੁੱਤਰ ਹੈ ਭਾਈ ਸੌਣ। ਇਹ ਜਿਹੜਾ ਭਾਈ ਸੌਣ ਹੈ ਇਹ ਸਾਧ ਸੰਗਤ ਇਸੇ ਗੁਜਰਾਤ ਪਿੰਡ ਦਾ ਰਹਿਣ ਵਾਲਾ ਹੈ। ਇਹ ਭਾਈ ਸੌਣ ਨੇ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ ਤੇ ਮਨ ਨੂੰ ਬੜਾ ਆਨੰਦ ਮਿਲਿਆ, ਮਨ ਨੂੰ ਸ਼ਾਂਤੀ ਮਿਲੀ, ਮਨ ਨੂੰ ਸਹਿਜ ਮਿਲਿਆ। ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦੋਂ ਭਾਈ ਸੌਣ ਨੇ, ਭਾਈ ਬਹੋੜੂ ਦੇ ਪੁੱਤਰ ਭਾਈ ਸੌਣ ਨੇ ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕੀਤੇ ਤੇ ਸਾਧ ਸੰਗਤ ਇਹਨੂੰ ਬੜਾ ਸਕੂਨ ਮਿਲਿਆ, ਇਹਦੇ ਅੰਦਰ ਨੂੰ ਸ਼ਾਂਤੀ ਮਿਲੀ। ਰੱਬੀ ਬਾਣੀ ਦਾ ਕੀਰਤਨ ਸੁਣਿਆ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ। ਤੇ ਇਹ ਭਾਈ ਸੌਣ, ਬਾਬਾ ਸੌਣ ਜਿਹੜਾ ਇਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਿੱਖ ਬਣ ਗਿਆ। ਬੜੀ ਇਹਨੇ ਸੇਵਾ ਕੀਤੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ। ਜਿੰਨਾ ਚਿਰ ਗੁਰੂ ਨਾਨਕ ਸਾਹਿਬ ਇਹਦੇ ਪਿੰਡ ਦੇ ਵਿੱਚ ਰਹੇ, ਬਹੁਤ ਸੇਵਾ ਕੀਤੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੀ ਇਹਨੇ। ਹੁਣ ਸਾਧ ਸੰਗਤ ਇੰਨਾ ਗੂੜਾ ਪਿਆਰ ਬਣ ਗਿਆ ਏ ਭਾਈ ਸੌਣ ਦਾ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ। ਜਿਸ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਇਹਦੇ ਪਿੰਡੋਂ ਚੱਲੇ ਨੇ ਤੇ ਭਾਈ ਸੌਣ ਰੋਣ ਲੱਗ ਪਿਆ। ਕਹਿੰਦਾ ਮਹਾਰਾਜ ਮੈਂ ਤੁਹਾਡੇ ਤੋਂ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ। ਸਤਿਗੁਰੂ ਪਾਤਸ਼ਾਹ ਮੈਂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ, ਬਹੁਤ ਜ਼ਿਆਦਾ। ਮਹਾਰਾਜ ਤੁਸੀਂ ਮੇਰੀਆਂ ਅੱਖਾਂ ਦੇ ਸਾਹਮਣੇ ਹੋ ਤੇ ਮੈਂ ਜਿਉਂਦਾ। ਪਾਤਸ਼ਾਹ ਜੇ ਤੁਸੀਂ ਅੱਖਾਂ ਦੇ ਤੋਂ ਓਲੇ ਹੋ ਗਏ ਤੇ ਮਹਾਰਾਜ ਮੈਂ ਜਿਉਂਦਾ ਨਹੀਂ ਰਹਿ ਸਕਦਾ। ਪਾਤਸ਼ਾਹ ਜਾਂ ਤੇ ਮੇਰੇ ਘਰ ਵਿੱਚ ਰਹੋ ਸਦਾ ਵਾਸਤੇ ਹੀ, ਸਦਾ ਵਾਸਤੇ ਮੇਰੇ ਘਰ ਦੇ ਵਿੱਚ ਰਹੋ, ਤੇ ਜਾਂ ਮਹਾਰਾਜ ਮੈਨੂੰ ਵੀ ਆਪਣੇ ਨਾਲ ਲੈ ਚੱਲੋ, ਵਿਛੋੜਾ ਨਾ ਪਾਓ। ਸਤਿਗੁਰੂ ਪਾਤਸ਼ਾਹ ਵਿਛੋੜਾ ਨਾ ਪਾਓ। ਤੇ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ? ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਸੌਣ ਜੀ ਜੇ ਦੇਹ ਨਾਲ ਜੁੜੋਗੇ ਫਿਰ ਵਿਛੋੜਾ ਪਵੇਗਾ ਹੀ ਪਵੇਗਾ, ਕਿਉਂਕਿ ਦੇਹ ਨੇ ਇੱਕ ਦਿਨ ਖਤਮ ਹੋ ਜਾਣਾ ਹੈ। ਭਾਈ ਸੌਣ ਜੀ ਜੇ ਗੁਰੂ ਦੇ ਸ਼ਬਦ ਨਾਲ ਜੁੜੋਗੇ ਤੇ ਰਹਿੰਦੀ ਦੁਨੀਆ ਤੱਕ ਗੁਰੂ ਨਾਨਕ ਦੇ ਨਾਲ ਤੁਹਾਡੀ ਗੰਢ ਬਣੀ ਰਹੇਗੀ, ਗੁਰੂ ਨਾਨਕ ਦੇ ਨਾਲ ਤੁਹਾਡਾ ਪਿਆਰ ਬਣਿਆ ਰਹੇਗਾ, ਸਾਂਝ ਬਣੀ ਰਹੇਗੀ। ਜਦੋਂ ਤੁਸੀਂ ਸ਼ਬਦ ਪੜੋਗੇ ਸ਼ਬਦ ਦੇ ਵਿੱਚੋਂ ਹੀ ਤੁਹਾਨੂੰ ਗੁਰੂ ਨਾਨਕ ਦੇ ਦਰਸ਼ਨ ਹੋਣਗੇ। ਤੇ ਸਾਧ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੇਅੰਤ ਬਖਸ਼ਿਸ਼ਾਂ ਬਾਬੇ ਸੌਣ ਦੀ ਝੋਲੀ ਦੇ ਵਿੱਚ ਪਾਈਆਂ। ਤੇ ਮੈਂ ਬੇਨਤੀ ਕਰਾਂ ਇਹ ਪਰਿਵਾਰ ਫਿਰ ਕਲਗੀਧਰ ਪਾਤਸ਼ਾਹ ਤੱਕ ਸਿੱਖੀ ਦੇ ਨਾਲ ਜੁੜਿਆ ਰਿਹਾ। ਕਲਗੀਧਰ ਪਾਤਸ਼ਾਹ ਦੇ ਨਾਲ ਇਹ ਪਰਿਵਾਰ, ਕਲਗੀਧਰ ਪਾਤਸ਼ਾਹ ਤੱਕ ਇਹ ਪਰਿਵਾਰ ਫਿਰ ਪੀੜ੍ਹੀ ਦਰ ਪੀੜ੍ਹੀ ਸਿੱਖੀ ਦੇ ਨਾਲ ਜੁੜਿਆ ਰਿਹਾ। ਸਾਧ ਸੰਗਤ ਧਿਆਨ ਦੇਣਾ, ਭਾਈ ਬਹੋੜੂ ਦਾ ਪੁੱਤਰ ਹੈ ਭਾਈ ਸੌਣ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਮਿਲਿਆ। ਭਾਈ ਸੌਣ ਦਾ ਪੁੱਤਰ ਹੈ ਭਾਈ ਅਰਥਾ, ਭਾਈ ਅਰਥੇ ਦਾ ਪੁੱਤਰ ਹੈ ਭਾਈ ਬਿੰਨਾ, ਭਾਈ ਬਿੰਨੇ ਦਾ ਪੁੱਤਰ ਹੈ ਭਾਈ ਦਾਸਾ, ਤੇ ਭਾਈ ਦਾਸੇ ਦਾ ਸੁਪੁੱਤਰ ਹੈ ਬਾਬਾ ਮੱਖਣ ਸ਼ਾਹ ਲੁਬਾਣਾ। ਮੈਂ ਫਿਰ ਇੱਕ ਬੇਨਤੀ ਕਰ ਦਵਾਂ, ਭਾਈ ਬਹੋੜੂ ਦਾ ਪੁੱਤਰ ਹੈ ਭਾਈ ਸੌਣ, ਭਾਈ ਸੌਣ ਦਾ ਪੁੱਤਰ ਹੈ ਭਾਈ ਅਰਥਾ, ਭਾਈ ਅਰਥੇ ਦਾ ਪੁੱਤਰ ਹੈ ਭਾਈ ਬਿੰਨਾ, ਤੇ ਭਾਈ ਬਿੰਨੇ ਦਾ ਪੁੱਤਰ ਹੈ ਭਾਈ ਦਾਸਾ, ਤੇ ਭਾਈ ਦਾਸੇ ਦਾ ਪੁੱਤਰ ਹੈ ਬਾਬਾ ਮੱਖਣ ਸ਼ਾਹ ਲੁਬਾਣਾ, ਬਾਬਾ ਮੱਖਣ ਸ਼ਾਹ ਲੁਬਾਣਾ। ਔਰ ਭਾਈ ਬਹੋੜੂ ਤੋਂ ਲਗਭਗ ਇਹ ਪਰਿਵਾਰ ਜਿਹੜਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਜੁੜ ਜਾਂਦਾ ਹੈ ਤੇ ਪੀੜ੍ਹੀ ਦਰ ਪੀੜ੍ਹੀ ਇਸ ਪਰਿਵਾਰ ਦੀ ਸਾਂਝ ਗੁਰੂ ਨਾਨਕ ਦੇ ਘਰ ਨਾਲ ਬਣ ਜਾਂਦੀ। ਔਰ ਹਰ ਸਾਲ ਸਾਧ ਸੰਗਤ ਇਹ ਪਰਿਵਾਰ ਜਿਹੜਾ ਗੁਰੂ ਘਰ ਨੂੰ ਦਸਵੰਧ ਦਿੰਦਾ ਹੈ। ਮੈਂ ਬੇਨਤੀ ਕਰਾਂ
ਲੁਬਾਣੇ, ਲੂਣ ਬਾਣੇ। ਲੁਬਾਣੇ ਭਾਵ ਲੂਣ ਦੇ ਬਾਣੀਏ। ਲੁਬਾਣੇ ਪਤਾ ਸਾਧ ਸੰਗਤ ਕਿਹਨੂੰ ਕਹਿੰਦੇ ਨੇ? ਜਿਹੜੇ ਲੂਣ ਦਾ ਵਪਾਰ ਕਰਦੇ ਸੀ। ਲੂਣ ਬਾਣੇ, ਲੁਬਾਣੇ, ਉੱਥੋਂ ਇਹ ਨਾਂ ਪਿਆ ਲੁਬਾਣੇ। ਜਿਹੜੇ ਲੂਣ ਦਾ ਵਪਾਰ, ਜਿਹੜੇ ਬਾਣੀਏ ਲੂਣ ਦਾ ਵਪਾਰ ਕਰਦੇ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਲੁਬਾਣੇ। ਬਾਅਦ ਵਿੱਚ ਨਾਮ ਪੈ ਗਿਆ ਲੁਬਾਣੇ। ਬਾਬਾ ਮੱਖਣ ਸ਼ਾਹ ਲੁਬਾਣਾ ਜੀ, ਜਿਨ੍ਹਾਂ ਦੇ ਬੜੇ ਜਹਾਜ਼ ਚੱਲਦੇ ਸੀ ਸਾਧ ਸੰਗਤ, ਔਰ ਇਹਨਾਂ ਦਾ ਲੂਣ ਦਾ ਵਪਾਰ ਸੀ, ਲੂਣ ਦਾ। ਜਿਹੜੀ ਅੱਜ ਯੂਰਪੀਅਨ ਕੰਟਰੀਆਂ ਜਿਹੜੀਆਂ ਨੇ, ਜਿੱਦਾਂ ਆਪਾਂ ਇਟਲੀ ਕਹਿ ਲੈਂਦੇ ਹਾਂ, ਪੁਰਤਗਾਲ ਕਹਿ ਲੈਂਦੇ ਹਾਂ, ਸਪੇਨ ਕਹਿ ਲੈਂਦੇ ਹਾਂ, ਜਿਹੜੀਆਂ ਯੂਰਪੀਅਨ ਕੰਟਰੀਆਂ ਸਮੁੰਦਰ ਨਾਲ ਜੁੜਦੀਆਂ ਨੇ, ਇੱਥੋਂ ਤੱਕ ਵਪਾਰ ਹੁੰਦਾ ਸੀ ਬਾਬਾ ਮੱਖਣ ਸ਼ਾਹ ਲੁਬਾਣੇ ਦਾ। ਕਰੋੜਾਪਤੀ ਸੀ ਬਾਬਾ ਮੱਖਣ ਸ਼ਾਹ ਲੁਬਾਣਾ, ਅਰਬਾਂਪਤੀ ਸੀ ਬਾਬਾ ਮੱਖਣ ਸ਼ਾਹ ਲੁਬਾਣਾ। ਔਰ ਇਹ ਪਰਿਵਾਰ ਗੁਰੂ ਨਾਨਕ ਦੇ ਘਰ ਨਾਲ ਜੁੜਿਆ। ਹੁਣ ਸਾਧ ਸੰਗਤ ਇੱਧਰ ਜਿਹੜਾ ਬੇੜਾ ਬੰਨੇ ਲਾਇਆ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ, ਗੁਰ ਜਹਾਜ਼ ਖੇਵਟ ਗੁਰ, ਗੁਰ ਬਿਨ ਤਰਿਆ ਨਾ ਕੋਈ। ਇੱਧਰ ਜਹਾਜ਼ ਬੰਨੇ ਲਾਇਆ ਬਾਬੇ ਮੱਖਣ ਸ਼ਾਹ ਲੁਬਾਣੇ ਦਾ। ਤੇ ਸਾਧ ਸੰਗਤ ਬਾਬਾ ਮੱਖਣ ਸ਼ਾਹ ਲੁਬਾਣਾ ਜਿਹੜਾ ਗੁਰੂ ਘਰ ਨੂੰ ਦਸਵੰਧ ਦੇਣ ਵਾਸਤੇ ਆ ਰਿਹਾ ਹੈ, ਕਿਉਂਕਿ ਗੁਰੂ ਘਰ ਨਾਲ ਸ਼ਰਧਾ ਹੈ, ਗੁਰੂ ਘਰ ਨਾਲ ਪਿਆਰ ਹੈ। ਜਹਾਜ਼ ਬੰਨੇ ਲਾਇਆ, ਬੇੜਾ ਬੰਨੇ ਲਾਇਆ, ਤੇ ਜੋ ਵੀ ਮਨ ਦੇ ਵਿੱਚ ਸੀ ਵੀ ਮੈਂ ਇੰਨਾ ਚੜਾਵਾ ਗੁਰੂ ਘਰ ਦੇ ਵਿੱਚ ਦੇਣਾ, ਉਹ ਚੜਾਵਾ ਲੈ ਕੇ, ਉਹ ਮੋਹਰਾਂ ਲੈ ਕੇ ਬਾਬਾ ਮੱਖਣ ਸ਼ਾਹ ਲੁਬਾਣਾ ਜਿਹੜਾ ਹੈ ਉਹ ਆ ਰਿਹਾ ਹੈ। ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਜੋਤੀ ਜੋਤ ਸਮਾ ਗਏ ਨੇ ਦਿੱਲੀ ਦੀ ਧਰਤੀ ਤੇ ਮਹਾਰਾਜ ਨੇ ਬਚਨ ਕਹੇ ਨੇ, ਬਾਬਾ ਬਸੈ ਗ੍ਰਾਮ ਬਕਾਲੇ, ਸਿੱਖ ਸੰਗਤ ਬਹੁ ਸਦ ਸੰਭਾਲੇ। ਹੁਣ ਸਾਧ ਸੰਗਤ ਬਾਬਾ ਮੱਖਣ ਸ਼ਾਹ ਜੀ ਲੁਬਾਣਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਏ। ਜਦੋਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਆਏ ਤੇ ਸਾਧ ਸੰਗਤ ਜਿਹੜਾ ਧੀਰਮਲ ਸੀ, ਬਾਬਾ ਗੁਰਦਿੱਤਾ ਜੀ ਦਾ ਵੱਡਾ ਸਪੁੱਤਰ, ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਦਾ ਵੱਡਾ ਜਿਹੜਾ ਸੀ ਉਹ ਭਰਾ ਸੀ। ਤੇ ਮੈਂ ਬੇਨਤੀ ਕਰਾਂ, ਇਹ ਜਿਹੜਾ ਧੀਰਮਲ ਸੀ, ਜਦੋਂ ਧੀਰਮਲ ਨੂੰ ਪਤਾ ਲੱਗਾ ਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਇਹ ਬਚਨ ਕਹੇ ਨੇ, ਬਾਬਾ ਬਸੈ ਗ੍ਰਾਮ ਬਕਾਲੇ, ਤੇ ਇਹਨੇ ਮੌਕੇ ਦਾ ਪੂਰਾ ਫਾਇਦਾ ਚੁੱਕਿਆ ਕਿ ਕਿਉਂ ਨਾ ਮੈਂ ਜਿਹੜਾ ਆਪਣੇ ਆਪ ਨੂੰ ਨੌਵਾਂ ਗੁਰੂ ਜਿਹੜਾ ਏ ਉਹ ਘੋਸ਼ਿਤ ਕਰ ਦੇਵਾਂ, ਵੀ ਸੰਗਤ ਵਿੱਚ ਐਲਾਨ ਕਰ ਦੇਵਾਂ ਵੀ ਨੌਵਾਂ ਗੁਰੂ ਮੈਂ ਆ। ਤੇ ਜਿਹੜੀ ਬੀੜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਗੁਰਦਾਸ ਜੀ ਦੇ ਕੋਲੋਂ ਲਿਖਵਾਈ ਸੀ, ਜਿਹਦਾ ਪ੍ਰਕਾਸ਼ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਇਆ ਸੀ, ਬਾਅਦ ਵਿੱਚ 1632-33 ਦੇ ਦੌਰਾਨ ਇਹ ਬੀੜ ਜਿਹੜੀ ਸੀ ਕਰਤਾਰਪੁਰ ਆ ਗਈ ਸੀ। ਬਾਅਦ ਵਿੱਚ ਇਹ ਬੀੜ ਧੀਰਮੱਲੀਆਂ ਦੇ ਕੋਲ ਆ ਗਈ ਸੀ, ਧੀਰਮਲ ਦੇ ਕੋਲ ਆ ਗਈ ਸੀ। ਤੇ ਇਹ ਜਿਹੜੀ ਮਹਾਰਾਜ ਦੀ ਬੀੜ ਹੈ, ਇਹ ਵੀ ਧੀਰਮਲ ਬਾਬੇ ਬਕਾਲੇ ਲੈ ਕੇ ਆਇਆ ਸੀ ਉਦੋਂ, ਤਾਂ ਜੋ ਸਿੱਖ ਸੰਗਤ ਦੇ ਵਿੱਚ ਜਿਹੜਾ ਇਹ ਉਹ ਇੱਕ ਪ੍ਰਭਾਵ ਮੈਂ ਪਾ ਸਕਾਂ, ਸਿੱਖ ਸੰਗਤ ਨੂੰ ਦੁਬਿਧਾ ਵਿੱਚ ਪਾ ਸਕਾਂ ਵੀ ਗੁਰੂ ਸਾਹਿਬ ਦਾ ਸਰੂਪ ਵੀ ਮੇਰੇ ਕੋਲ ਹੈ, ਗੁਰੂ ਗ੍ਰੰਥ ਸਾਹਿਬ ਵੀ ਮੇਰੇ ਕੋਲ ਹੈ, ਤੇ ਗੁਰੂ ਵੀ ਮੈਂ ਹੀ ਆ। ਹੁਣ ਸਾਧ ਸੰਗਤ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਆਏ। ਬਾਬਾ ਮੱਖਣ ਸ਼ਾਹ ਲੁਬਾਣਾ ਜੀ ਜਾਣਦੇ ਨੇ, ਕਿਉਂਕਿ ਵੱਡੇ ਵਡੇਰਿਆਂ ਕੋ ਗੁਰੂ ਨਾਨਕ ਦੇ ਘਰ ਦੀਆਂ ਸਿਫਤਾਂ ਸੁਣੀਆਂ ਵੀ ਗੁਰੂ ਜਾਣੀ ਜਾਣ ਹੈ। ਹੁਣ ਸਾਧ ਸੰਗਤ ਇੱਥੇ 22 ਨਕਲੀ ਗੁਰੂ ਮੰਜੀਆਂ ਲਗਾ ਕੇ ਬਹਿ ਗਏ। 22 ਨਕਲੀ ਗੁਰੂ ਮੰਜੀਆਂ ਲਗਾ ਕੇ ਬਹਿ ਗਏ। 22 ਦੇ 22 ਜਿਹੜੇ ਨਕਲੀ ਨੇ ਉਹ ਆਪਣੇ ਆਪ ਨੂੰ ਗੁਰੂ ਕਹਿੰਦੇ ਨੇ। ਵੈਸੇ ਮੈਂ ਸਿਫਤ ਕਰਦਾ ਬਾਬਾ ਮੱਖਣ ਸ਼ਾਹ ਲੁਬਾਣੇ ਦੀ ਕਿ ਬਾਬਾ ਮੱਖਣ ਸ਼ਾਹ ਲੁਬਾਣੇ ਨੇ 22 ਨਕਲੀਆਂ ਦੇ ਵਿੱਚੋਂ ਵੀ ਅਸਲੀ ਦੀ ਪਛਾਣ ਕਰ ਲਈ। ਬਾਬੇ ਮੱਖਣ ਸ਼ਾਹ ਲੁਬਾਣੇ ਨੇ 22 ਨਕਲੀਆਂ ਦੇ ਵਿੱਚੋਂ ਵੀ ਅਸਲੀ ਦੀ ਪਛਾਣ ਕਰ ਲਈ। ਸਾਧ ਸੰਗਤ ਸਾਨੂੰ ਪਤਾ ਏ, ਸਾਨੂੰ ਕਲਗੀਧਰ ਪਾਤਸ਼ਾਹ ਇਹ ਗੱਲ ਕਹਿ ਕੇ ਗਏ ਨੇ, ਆਗਿਆ ਭਈ ਅਕਾਲ ਕੀਤਾ ਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਮਾਲ ਦੀ ਗੱਲ ਹੈ, ਸਾਨੂੰ ਸਾਡੇ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਗਏ ਨੇ। ਮਹਾਰਾਜ ਨੇ ਕਿਹਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ, ਸੀਸ ਗੁਰੂ ਗ੍ਰੰਥ ਸਾਹਿਬ ਅੱਗੇ ਝੁਕਾਉਣਾ ਹੈ। ਸਿੰਘੋ ਸੀਸ ਵੱਢਿਆ ਜਾਵੇ ਪਰ ਸੀਸ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਅੱਗੇ ਨਹੀਂ ਝੁਕਣਾ ਚਾਹੀਦਾ। ਕਮਾਲ ਦੀ ਗੱਲ ਹੈ ਸਾਧ ਸੰਗਤ, ਕਲਗੀਧਰ ਸਾਖਸ਼ਾਤ ਦੱਸ ਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਗਏ ਨੇ। ਵਾਰੇ ਵਾਰੇ ਜਾਈਏ ਮੱਖਣ ਸ਼ਾਹ ਲੁਬਾਣੇ ਤੋਂ, ਜਿਹਨੇ 22 ਨਕਲੀਆਂ ਦੇ ਵਿੱਚੋਂ ਵੀ ਅਸਲੀ ਲੱਭ ਲਿਆ। ਤੇ ਅੱਜ ਸਾਨੂੰ ਪਤਾ ਹੈ ਸਾਡਾ ਅਸਲੀ ਗੁਰੂ ਗ੍ਰੰਥ ਸਾਹਿਬ ਹੈ। ਅਸੀਂ ਅਸਲੀ ਨੂੰ ਛੱਡ ਕੇ ਨਕਲੀਆਂ ਦੇ ਪਿੱਛੇ ਤੁਰੇ ਫਿਰਦੇ ਹਾਂ, ਨਕਲੀਆਂ ਦੇ ਮਗਰ ਤੁਰੇ ਫਿਰਦੇ ਹਾਂ। ਹੁਣ ਸਾਧ ਸੰਗਤ ਧਿਆਨ ਦੇਣਾ, ਬਾਬਾ ਮੱਖਣ ਸ਼ਾਹ ਲੁਬਾਣਾ ਜਾਣਦੇ ਨੇ ਕਿ ਜਿਹੜੇ ਵੀ ਨੌਵੇਂ ਗੁਰੂ ਨੇ ਉਹ ਜਾਣੀ ਜਾਣ ਹੋਣਗੇ। ਮੈਂ 500 ਮੋਹਰਾਂ ਨਹੀਂ ਰੱਖਣੀਆਂ, ਮੈਂ 2-2 ਮੋਹਰਾਂ ਰੱਖਾਂਗਾ। ਜਿਹੜਾ ਅਸਲੀ ਗੁਰੂ ਹੋਇਆ ਉਹਨੇ ਆਪੇ ਬਾਕੀ ਦੀਆਂ ਮੋਹਰਾਂ ਜਿਹੜੀਆਂ ਬਾਕੀ ਦਾ ਦਸਵੰਧ ਜਿਹੜਾ ਮੰਗ ਲੈਣਾ। ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਹਰ ਜੀਓ ਅੰਤਰਜਾਮੀ ਜਾਣ, ਰੱਬ ਅੰਤਰਜਾਮੀ ਹੈ। ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਜਾਣਨਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਪੀਣ। ਹੁਣ ਸਾਧ ਸੰਗਤ ਜਦੋਂ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਆਏ, 22 ਨਕਲੀ ਗੁਰੂ ਜਿਹੜੇ ਮੰਜੀਆਂ ਲਾ ਕੇ ਬੈਠੇ ਨੇ, 2-2 ਮੋਹਰਾਂ
ਬਾਬਾ ਮੱਖਣ ਸ਼ਾਹ ਲੁਬਾਣਾ ਉਹਨਾਂ ਨਕਲੀਆਂ ਦੇ ਅੱਗੇ ਰੱਖ ਕੇ ਤੇ ਉਹਨਾਂ ਨੂੰ ਮੱਥਾ ਟੇਕੀ ਗਿਆ। ਮਜਬੂਰੀ ਖਾਤਰ ਮੱਥਾ ਟੇਕਣਾ ਪਿਆ ਬਾਬੇ ਮੱਖਣ ਸ਼ਾਹ ਲੁਬਾਣੇ ਨੂੰ, ਮਜਬੂਰੀ ਖਾਤਰ, ਕਿਉਂਕਿ ਅਜੇ ਅਸਲੀ ਗੁਰੂ ਦਾ ਪਤਾ ਨਹੀਂ ਤੇ ਕਦੀ ਬਾਬਾ ਮੱਖਣ ਸ਼ਾਹ ਲੁਬਾਣਾ ਉਹਨਾਂ ਨਕਲੀਆਂ ਦੇ ਅੱਗੇ ਮੱਥਾ ਨਾ ਟੇਕਦਾ। ਅੱਜ ਸਾਨੂੰ ਪਤਾ ਹੈ ਸਾਡਾ ਅਸਲੀ ਗੁਰੂ ਗੁਰੂ ਗ੍ਰੰਥ ਸਾਹਿਬ ਹੈ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਨਕਲੀਆਂ ਦੇ ਅੱਗੇ ਮੱਥੇ ਟੇਕਦੇ ਹਾਂ। ਹੁਣ ਸਾਧ ਸੰਗਤ ਧਿਆਨ ਦੇਣਾ, 22 ਨਕਲੀ ਗੁਰੂ ਜਿਹੜੇ ਬੈਠੇ ਨੇ ਬਣ ਕੇ, ਉਹਨਾਂ ਦੇ ਅੱਗੇ ਬਾਬਾ ਮੱਖਣ ਸ਼ਾਹ ਲੁਬਾਣਾ 2-2 ਮੋਹਰਾ ਰੱਖੀ ਗਿਆ। ਤੇ ਸਾਧ ਸੰਗਤ, ਕੋਈ ਕਹਿੰਦਾ ਤੇਰਾ ਭਲਾ ਹੋਵੇ, ਤੈਨੂੰ ਰੱਬ ਆਹ ਦੇਵੇ, ਤੈਨੂੰ ਪ੍ਰਮਾਤਮਾ ਇਹ ਦੇਵੇ, ਕਿਸੇ ਨੇ ਵੀ ਪੂਰਾ ਦਸਵੰਧ ਪੂਰੀਆਂ ਮੋਹਰਾਂ ਨਹੀਂ ਮੰਗੀਆਂ। ਹੁਣ ਬਾਬੇ ਮੱਖਣ ਸ਼ਾਹ ਲੁਬਾਣੇ ਨੂੰ ਇਹ ਗੱਲ ਪਤਾ ਲੱਗ ਗਈ ਕਿ ਇਹ ਸਾਰੇ ਹੀ ਨਕਲੀ ਨੇ, ਇਹ ਸਾਰੇ ਹੀ ਝੂਠੇ ਨੇ, ਇਹ ਸਾਰੇ ਹੀ ਕੱਚੇ ਨੇ, ਇਹ ਸਾਰੇ ਹੀ ਕੱਚੇ ਨੇ। ਜਦੋਂ ਬਾਈਆਂ ਨੂੰ ਪਰਖ ਲਿਆ ਤੇ ਸਾਧ ਸੰਗਤ, ਬਾਬਾ ਮੱਖਣ ਸ਼ਾਹ ਲੁਬਾਣਾ ਬਾਬੇ ਬਕਾਲੇ ਸੰਗਤ ਨੂੰ ਪੁੱਛਦਾ ਹੈ ਵੀ ਇੱਥੇ ਕੋਈ ਹੋਰ ਵੀ ਹੈਗਾ ਮਹਾਂਪੁਰਖ? ਤੇ ਸਿੱਖ ਸੰਗਤ ਕਹਿੰਦੀ ਏ ਵੀ ਹਾਂਜੀ, ਇੱਥੇ ਇੱਕ ਮਹਾਂਪੁਰਖ ਹੈਗਾ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਭ ਤੋਂ ਛੋਟਾ ਫਰਜ਼ੰਦ, ਜਿਹਦਾ ਨਾਮ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ। ਉਹ ਇਕਾਂਤ ਦੇ ਵਿੱਚ ਰੱਬ ਦੀ ਭਗਤੀ ਕਰਦੇ ਨੇ, ਪਰਮਾਤਮਾ ਦੀ ਭਗਤੀ ਕਰਦੇ ਨੇ, ਵਾਹਿਗੁਰੂ ਦੀ ਭਗਤੀ ਕਰਦੇ ਨੇ। ਤੇ ਸਾਧ ਸੰਗਤ ਧਿਆਨ ਦੇਣਾ, ਜਦੋਂ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਉਸ ਜਗ੍ਹਾ ਤੇ ਗਏ ਜਿੱਥੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਰੱਬ ਦੀ ਭਗਤੀ ਕਰਦੇ ਨੇ, ਇਤਿਹਾਸਕਾਰ ਕਹਿੰਦੇ ਨੇ ਲਗਭਗ 26 ਕੁ ਸਾਲ, ਵੈਸੇ 26 ਸਾਲ 3 ਮਹੀਨੇ 3 ਦਿਨ ਲਿਖਿਆ ਇਤਿਹਾਸਕਾਰਾਂ ਨੇ, 26 ਕੁ ਸਾਲ ਗੁਰੂ ਤੇਗ ਬਹਾਦਰ ਮਹਾਰਾਜ ਬਾਬੇ ਬਕਾਲੇ ਰਹੇ। ਬਾਬੇ ਬਕਾਲੇ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਰੱਬ ਦੀ ਭਗਤੀ ਕੀਤੀ, ਪਰਮਾਤਮਾ ਦੀ ਭਗਤੀ ਕੀਤੀ। ਜਿੱਥੇ ਰੱਬ ਦੀ ਭਗਤੀ ਕੀਤੀ, ਪਰਮਾਤਮਾ ਦੀ ਭਗਤੀ ਕੀਤੀ, ਉੱਥੇ ਸਿੱਖ ਸੰਗਤਾਂ ਨੂੰ ਗੁਰਮਤਿ ਦਾ ਉਪਦੇਸ਼ ਵੀ ਦਿੱਤਾ, ਸਿੱਖ ਸੰਗਤਾਂ ਦੇ ਸ਼ੰਕੇ ਵੀ ਨਿਵਰਤ ਕੀਤੇ, ਤੇ ਨਾਲ ਦੀ ਨਾਲ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਉਹ ਵੀ ਗੁਰੂ ਤੇਗ ਬਹਾਦਰ ਮਹਾਰਾਜ ਨਿਭਾਉਂਦੇ ਨੇ। ਹੁਣ ਸਾਧ ਸੰਗਤ, ਸਿੱਖ ਸੰਗਤ ਕਹਿੰਦੀ ਹੈ ਵੀ ਇੱਥੇ ਇੱਕ ਮਹਾਂਪੁਰਖ ਹੈਗੇ ਨੇ, ਇਕਾਂਤ ਦੇ ਵਿੱਚ ਰੱਬ ਦੀ ਭਗਤੀ ਕਰ ਰਹੇ ਨੇ, ਪਰਮਾਤਮਾ ਦੀ ਭਗਤੀ ਕਰ ਰਹੇ ਨੇ। ਤੇ ਜਦੋਂ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਉੱਥੇ ਗਏ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਿਹਰੇ ਦੇ ਦਰਸ਼ਨ ਕੀਤੇ। ਇੱਕ ਵੱਖਰੀ ਰੂਹਾਨੀਅਤ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਿਹਰੇ ਤੇ, ਜਿਹੜੀ ਉਹਨਾਂ 22 ਨਕਲੀਆਂ ਦੇ ਕੋਲ ਨਹੀਂ ਸੀ, ਕਿਉਂਕਿ ਉਹ ਮਾਇਆ ਖਾਤਰ ਆਏ ਸੀ, ਉਹ ਗੱਦੀ ਲੈਣ ਵਾਸਤੇ ਆਏ ਸੀ, ਉਹ ਸ਼ੋਭਾ ਖੱਟਣ ਆਏ ਸੀ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦੇ ਅੰਦਰ ਅਧਿਆਤਮਿਕਤਾ ਹੈ, ਜਿਹਨੂੰ ਆਪਾਂ ਸਪਿਰਚੁਅਲਿਟੀ ਕਹਿ ਦਿੰਦੇ ਹਾਂ, ਉਹਨਾਂ ਦਾ ਮੋਹ ਮਾਇਆ ਨਾਲ ਕੋਈ ਪਿਆਰ ਨਹੀਂ, ਉਹ ਤੇ ਰੱਬ ਨਾਲ ਜੁੜੇ ਨੇ, ਪਰਮਾਤਮਾ ਨਾਲ ਜੁੜੇ ਨੇ, ਅੰਦਰੋਂ ਰੱਬ ਨਾਲ ਜੁੜੇ ਹੋਏ ਨੇ। ਜਦੋਂ ਦਰਸ਼ਨ ਕੀਤੇ, 2 ਮੋਹਰਾਂ ਰੱਖੀਆਂ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਦੋਂ ਤੇਰਾ ਜਹਾਜ਼ ਬੰਨੇ ਲਾਇਆ ਸੀ ਉਦੋਂ ਤੇ ਇੰਨਾ ਦਸਵੰਧ ਸੁੱਖਿਆ ਸੀ, ਤੇ ਹੁਣ ਤੂੰ 2 ਮੋਹਰਾਂ ਦੇ ਰਿਹਾ। ਬਸ ਆਹ ਗੱਲ ਸਾਧ ਸੰਗਤ ਕਹਿਣ ਦੀ ਦੇਰ ਸੀ, ਤੇ ਉਸੇ ਵੇਲੇ ਹੀ ਬਾਬਾ ਮੱਖਣ ਸ਼ਾਹ ਲੁਬਾਣਾ ਕੋਠੇ ਚੜ ਜਾਂਦਾ ਹੈ ਤੇ ਇਹ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਏ, ਗੁਰੂ ਲਾ ਦੋ ਰੇ, ਗੁਰੂ ਲਾ ਦੋ ਰੇ, ਭਾਵ ਸਿੱਖਾਂ ਦਾ 9ਵਾਂ ਗੁਰੂ ਜਿਹੜਾ ਉਹ ਮੈਨੂੰ ਲੱਭ ਗਿਆ, ਸਿੱਖਾਂ ਦੇ 9ਵੇਂ ਗੁਰੂ ਮੈਨੂੰ ਲੱਭ ਗਏ। ਤੇ ਉੱਥੇ ਫਿਰ ਬਾਬਾ ਮੱਖਣ ਸ਼ਾਹ ਲੁਬਾਣਾ ਜਿੱਥੇ ਇਹ ਗੱਲ ਕਹਿੰਦਾ ਏ, ਗੁਰਲਾ ਦੋ ਰੇ, ਗੁਰਲਾ ਦੋ ਰੇ, ਗੁਰਲਾ ਦੋ ਰੇ, ਗੁਰੂ ਲੱਭ ਗਿਆ, ਉੱਥੇ ਬਾਬਾ ਮੱਖਣ ਸ਼ਾਹ ਲੁਬਾਣਾ ਇਹ ਵੀ ਗੱਲ ਕਹਿੰਦਾ ਏ ਕਿ ਗੁਰੂ ਤੇਗ ਬਹਾਦਰ ਮਹਾਰਾਜ ਭੁੱਲੀਏ ਸੰਗਤ ਸੁਣੋ ਸੁਕਾਨ, ਸਤਿਗੁਰ ਲੱਦਾ ਮਰਦ ਮਹਾਨ, ਸ਼ੰਕੇ ਰਿਜੇ ਕੋ ਤਜ ਕੇ, ਜਨਮ ਸੁਧਾਰੋ ਸੋ ਗੁਰੂ ਭਜ ਕੇ। ਫਿਰ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੰਗਤਾਂ ਨੂੰ ਕਹਿੰਦਾ ਹੈ, ਭੁੱਲੀਏ ਸੰਗਤ ਸੁਣੋ ਸੁਕਾਨ, ਸਤਿਗੁਰ ਲੱਦਾ ਮਰਦ ਮਹਾਨ, ਵੀ ਮੈਨੂੰ ਪੂਰਾ ਸਤਿਗੁਰੂ ਲੱਭ ਗਿਆ, ਸਤਿਗੁਰ ਲੱਦਾ ਮਰਦ ਮਹਾਨ, ਸ਼ੰਕੇ ਰਿਦੇ ਕੋ ਤਜ ਕੇ, ਸਾਰਿਆਂ ਸ਼ੰਕਿਆਂ ਨੂੰ ਪਾਸੇ ਰੱਖ ਕੇ, ਜਨਮ ਸੁਧਾਰੋ ਸੋ ਗੁਰੂ ਭਜ ਕੇ। ਆਜੋ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ 'ਚ, ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੀਆਂ ਝੋਲੀਆਂ ਸੁੱਖਾਂ ਦੇ ਨਾਲ ਭਰ ਦੇਣਗੇ, ਜਿਉਂਦੇ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੰਮਣ ਮਰਨ ਕੱਟ ਦੇਣਗੇ। ਸਾਧ ਸੰਗਤ, ਜਦੋਂ ਇਹ ਗੱਲ ਪ੍ਰਗਟ ਹੋ ਗਈ ਕਿ 9ਵੇਂ ਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ, ਧੀਰਮਲ ਨੂੰ ਬੜਾ ਗੁੱਸਾ ਆਇਆ ਜੀ, ਧੀਰਮਲ ਨੂੰ ਬੜਾ ਗੁੱਸਾ ਆਇਆ। ਗੁਰੂ ਤੇਗ ਬਹਾਦਰ ਮਹਾਰਾਜ ਚਾਚਾ ਜੀ ਲੱਗਦੇ ਨੇ ਧੀਰਮਲ ਦੇ, ਭਤੀਜਾ ਹੈ ਧੀਰਮਲ, ਸਕਾ ਭਤੀਜਾ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦਾ। ਔਰ ਧੀਰਮਲ ਨੂੰ ਇੰਨਾ ਗੁੱਸਾ ਆਇਆ ਕਿ ਹੈ ਹੁਣ ਤੇ 9ਵੇਂ ਪਾਤਸ਼ਾਹ ਲੱਭ ਗਏ, ਗੁਰੂ ਤੇਗ ਬਹਾਦਰ ਮਹਾਰਾਜ ਲੱਭ ਗਏ, ਹੁਣ ਤੇ ਮੈਨੂੰ ਗੁਰਤਾ ਗੱਦੀ ਮਿਲਣੀ ਨਹੀਂ, ਇਹ ਜਿਹੜਾ ਪੈਸਾ ਹੈ ਧਨ ਦੌਲਤ ਹੈ ਇਹ ਵੀ ਮੈਨੂੰ ਮਿਲਣਾ ਨਹੀਂ, ਇਹ ਸਿੱਖ ਸੰਗਤ ਨੇ ਤੇ ਸਾਰਾ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦੇ ਦੇਣਾ। ਤੇ ਸਾਧ ਸੰਗਤ, ਉੱਥੇ ਜਿਹੜੇ 22 ਨਕਲੀ ਸੀ ਉਹਨਾਂ ਨਾਲ ਸਲਾਹ ਕੀਤੀ, ਜਿਹੜੇ ਹੋਰ ਵੀ ਮਸੰਦ ਸੀ ਉਹਨਾਂ ਸਾਰਿਆਂ ਨਾਲ ਸਲਾਹ ਕੀਤੀ, ਤੇ ਇਸੇ ਧੀਰਮਲ ਨੇ, ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਭਤੀਜਾ, ਗੁਰੂ ਤੇਗ ਬਹਾਦਰ ਜੀ ਚਾਚਾ ਜੀ ਲੱਗਦੇ ਨੇ,
ਇਸੇ ਧੀਰ ਮਲ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਤੇ ਸ਼ੀਹੇ ਮਸੰਦ ਨੂੰ ਕਹਿ ਕੇ ਗੋਲੀ ਚਲਵਾ ਦਿੱਤੀ। ਸ਼ੀਹੇ ਮਸੰਦ ਨੂੰ ਕਹਿ ਕੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਤੇ ਗੋਲੀ ਚਲਵਾ ਦਿੱਤੀ। ਸਾਧ ਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਬਚ ਗਏ। ਜਦੋਂ ਇਹ ਸਾਰਾ ਕੁਝ ਬਾਬਾ ਮੱਖਣ ਸ਼ਾਹ ਲਬਾਣੇ ਨੇ ਵੇਖਿਆ, ਤੇ ਮੈਂ ਬੇਨਤੀ ਕਰਾਂ, ਸ਼ੀਹਾ ਮਸੰਦ ਤੇ ਉੱਥੇ ਹੀ ਫੜਿਆ ਗਿਆ, ਤੇ ਇਹ ਜਿਹੜਾ ਧੀਰਮਲ ਸੀ ਇਹ ਕਰਤਾਰਪੁਰ ਚਲਿਆ ਗਿਆ, ਤੇ ਕਰਤਾਰਪੁਰੋਂ ਮੱਖਣ ਸ਼ਾਹ ਲਬਾਣੇ ਤੇ ਉਹਦੇ ਸਾਥੀਆਂ ਨੇ ਇਹਨੂੰ ਉੱਥੋਂ ਫੜ ਕੇ ਲਿਆਂਦਾ। ਜਦੋਂ ਫੜ ਕੇ ਬਾਬੇ ਬਕਾਲੇ ਵਾਪਸ ਲਿਆਂਦਾ ਧੀਰਮਲ ਨੂੰ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਮੱਖਣ ਸ਼ਾਹ ਲਬਾਣਾ ਕਹਿੰਦਾ, ਮਹਾਰਾਜ ਹੁਕਮ ਕਰੋ, ਇਹਨੇ ਤੁਹਾਡੇ ਤੇ ਗੋਲੀ ਚਲਵਾਈ ਹੈ ਸਤਿਗੁਰੂ ਪਾਤਸ਼ਾਹ ਜੀ, ਇਹਨੂੰ ਕਿਹੜੀ ਸਜ਼ਾ ਦਿੱਤੀ ਜਾਵੇ। ਵੇਖੋ ਸਾਧ ਸੰਗਤ, ਅੱਜ ਕੋਈ ਸਾਨੂੰ ਮਾੜੀ ਜੀ ਗੱਲ ਕਹਿ ਦਵੇ ਨਾ, ਸਾਡੇ ਕੋਲੋਂ ਜਰੀ ਨਹੀਂ ਜਾਂਦੀ। ਵੇਖੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਅੰਦਰ ਦੀ ਨਿਰਵੈਰਤਾ, ਮਹਾਰਾਜ ਦਾ ਕੋਈ ਵੈਰ ਨਹੀਂ, ਨਿਰਵੈਰਤਾ, ਹਲੀਮੀ, ਨਿਮਰਤਾ, ਪਿਆਰ। ਜਦੋਂ ਇਹ ਗੱਲ ਕਹੀ ਬਾਬਾ ਮੱਖਣ ਸ਼ਾਹ ਲਬਾਣੇ ਨੇ ਵੀ ਕਿਹੜੀ ਸਜ਼ਾ ਦਈਏ ਮਹਾਰਾਜ, ਤੁਸੀਂ ਦੱਸੋ, ਤੁਹਾਡੇ ਤੇ ਗੋਲੀ ਚਲਵਾਈ ਹੈ। ਤੇ ਸਾਧ ਸੰਗਤ ਧਿਆਨ ਦੇਣਾ, ਜੇ ਇੱਕ ਹੁਕਮ ਕਰ ਦਿੰਦੇ ਨਾ ਗੁਰੂ ਤੇਗ ਬਹਾਦਰ ਮਹਾਰਾਜ ਵੀ ਇਹਦਾ ਰਹਿਣ ਕੱਖ ਨਾ ਦਿਓ, ਤੇ ਸਿੱਖ ਸੰਗਤਾਂ ਨੇ ਘੜੀਸ ਘੜੀਸ ਕੇ ਮਾਰ ਦੇਣਾ ਸੀ ਧੀਰਮਲ ਨੂੰ। ਪਰ ਸੱਚ ਜਾਣਿਓ, ਭਾਵੇਂ ਗੋਲੀ ਚਲਵਾਈ, ਪਰ ਅੰਦਰ ਵੇਖੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਿਰਵੈਰਤਾ ਭਰੀ ਹੋਈ ਹੈ, ਕਿੰਨੀ ਨਿਮਰਤਾ ਹੈ, ਕਿੰਨੀ ਹਲੀਮੀ ਹੈ। ਪਤਾ ਗੁਰੂ ਤੇਗ ਬਹਾਦਰ ਮਹਾਰਾਜ ਕੀ ਕਹਿੰਦੇ? ਮਹਾਰਾਜ ਕਹਿੰਦੇ, ਭਲੇ ਧੀਰਮਲ, ਭਲੇ ਧੀਰਮਲ, ਭਲੇ ਧੀਰਮਲ ਧੀਰ, ਬਹੁਰ ਬਾਰ ਸਤ ਗੁਰ ਕਹਿਓ, ਸ਼੍ਰੀ ਪਦ ਗੁਣੀ ਗਹੀਰ। ਮਹਾਰਾਜ ਕਹਿੰਦੇ, ਧੀਰਮਲ ਤੇਰਾ ਭਲਾ ਹੋਵੇ, ਧੀਰਮਲ ਤੇਰਾ ਭਲਾ ਹੋਵੇ, ਧੀਰਮਲ ਤੇਰਾ ਭਲਾ ਹੋਵੇ। ਬਾਬਾ ਮੱਖਣ ਸ਼ਾਹ ਲਬਾਣੇ ਨੂੰ ਕਿਹਾ, ਨਹੀਂ, ਆਪਾਂ ਕੁਝ ਨਹੀਂ ਕਹਿਣਾ, ਤੁਸੀਂ ਬਖਸ਼ ਦਿਓ ਧੀਰਮਲ ਨੂੰ, ਛੱਡ ਦਿਓ ਧੀਰਮਲ ਨੂੰ। ਤੇ ਸੱਚ ਜਾਣਿਓ ਸਾਧ ਸੰਗਤ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਜਿੰਨਾ ਵੀ ਧਨ ਦੌਲਤ ਮੱਖਣ ਸ਼ਾਹ ਲਬਾਣੇ ਨੇ ਲਿਆਂਦਾ ਸੀ, ਜਿਹੜਾ ਇਹਨੂੰ ਮਕਸ਼ਾ ਬੰਨ ਕੇ ਲਿਆਂਦਾ ਸੀ, ਜੋ ਕੁਝ ਵੀ ਲਿਆਂਦਾ ਸੀ, ਸਾਰਾ ਕੁਝ ਧੀਰਮਲ ਨੂੰ ਵਾਪਸ ਦੇ ਦਿੱਤਾ। ਗੁਰੂ ਸਾਹਿਬ ਜੀ ਦਾ ਜਿਹੜਾ ਸਰੂਪ ਸੀ, ਪਾਵਨ ਸਰੂਪ, ਉਹ ਵੀ ਵਾਪਸ ਦੇ ਦਿੱਤਾ। ਧੀਰਮਲ ਨੂੰ ਵੀ ਵਾਪਸ ਜਿਹੜਾ ਕਰਤਾਰਪੁਰ ਭੇਜ ਦਿੱਤਾ, ਤੇ ਜੋ ਵੀ ਸਾਜੋ ਸਮਾਨ ਸੀ ਉਹ ਸਾਰਾ ਕੁਝ ਵਾਪਸ ਦੇ ਦਿੱਤਾ। ਇਸ ਤਰ੍ਹਾਂ ਸਾਧ ਸੰਗਤ, ਬਾਬਾ ਮੱਖਣ ਸ਼ਾਹ ਜੀ ਲਬਾਣਾ, ਜਿਨ੍ਹਾਂ ਨੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਪ੍ਰਗਟ ਕੀਤਾ, ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਸੋ ਸਾਧ ਸੰਗਤ, ਅੱਜ ਦਾ ਜੋ ਦਾਸ ਦਾ ਵਿਸ਼ਾ ਸੀ ਉਹ ਇਹੋ ਸੀ ਕਿ ਕਿਸ ਤਰ੍ਹਾਂ ਬਾਬਾ ਮੱਖਣ ਸ਼ਾਹ ਲਬਾਣੇ ਨੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਪ੍ਰਗਟ ਕੀਤਾ। ਸੋ ਸਾਧ ਸੰਗਤ, ਵਿਚਾਰ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹਨ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਜਿੰਨੀਆਂ ਵੀ ਸੰਗਤਾਂ ਆਨਲਾਈਨ ਇਸ ਕੁਇਜ਼ ਮੁਕਾਬਲੇ ਦੇ ਵਿੱਚ ਭਾਗ ਲੈ ਰਹੀਆਂ ਨੇ, ਜਿਹੜੇ ਹਰ ਹਫ਼ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਤਿਹਾਸ ਬੜੇ ਪਿਆਰ ਦੇ ਨਾਲ ਇਹਨਾਂ ਕੰਨਾਂ ਦੇ ਨਾਲ ਸਰਵਣ ਕਰਦੇ ਨੇ, ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਰਬੱਤ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ। ਸਾਧ ਸੰਗਤ, ਗੁਰਬਾਣੀ ਪੜ੍ਹੀਏ, ਸਹਿਜ ਪਾਠ ਕਰੀਏ, ਰੱਬ ਦੀ ਭਗਤੀ ਕਰੀਏ, ਪਰਮਾਤਮਾ ਦੀ ਭਗਤੀ ਕਰੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਜਿਹੜਾ ਹੈ ਉਹ ਸਫਲਾ ਬਣਾਈਏ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਰਬੱਤ ਸੰਗਤ ਦੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ। ਸਾਧ ਸੰਗਤ, ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ। ਮੈਂ ਆਨਲਾਈਨ ਦੇਖ ਰਿਹਾ ਸੀ ਕਿ ਜਿਹੜੀ ਤਰੀਕ ਹੈ, ਕਿਉਂਕਿ ਦਾਸ ਨੇ ਜਿਹੜੀਆਂ ਤਰੀਕਾਂ ਬੋਲੀਆਂ, ਹੋ ਸਕਦਾ ਹੈ ਕੋਈ ਜਿਹੜੀ ਇੱਕ ਅੱਧੀ ਤਰੀਕ ਕੋਈ ਇੱਧਰ, ਵੈਸੇ ਤਾਂ ਮੈਂ ਬੜੇ ਧਿਆਨ ਨਾਲ ਸਾਰੀਆਂ ਤਰੀਕਾਂ ਬੋਲੀਆਂ ਨੇ, ਤੇ ਸਾਧ ਸੰਗਤ ਵਿੱਚ ਸੰਗਤ ਤਰੀਕਾਂ ਲਿਖ ਰਹੀ ਸੀ, ਤੇ ਹੋ ਸਕਦਾ ਹੈ ਸਾਧ ਸੰਗਤ ਵੱਖ-ਵੱਖ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਨੇ, ਪਰ ਦਾਸ ਨੇ ਬੜੇ ਧਿਆਨ ਦੇ ਨਾਲ ਪੜ੍ਹ ਕੇ ਵਿਚਾਰ ਕੇ ਫਿਰ ਜਿਹੜਾ ਜੀਵਨ ਹੈ ਉਹ ਆਪ ਸਰਬੱਤ ਸੰਗਤ ਦੇ ਸਾਹਮਣੇ ਰੱਖਿਆ ਹੈ। ਤੇ ਅਗਾਂਹ ਤੋਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ, ਕਿਉਂਕਿ ਨਿੱਕੀਆਂ ਨਿੱਕੀਆਂ ਬਰੀਕੀਆਂ ਜਿਹੜੀਆਂ ਨੇ ਉਹ ਦੇਖਣੀਆਂ ਪੈਂਦੀਆਂ ਨੇ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ,
ਮਹਾਰਾਜ ਆਪ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਇਹ ਸੇਵਾ ਜਿਹੜੀ ਹੈ ਸਤਿਗੁਰੂ ਪਾਤਸ਼ਾਹ ਆਪ ਲੈ ਲੈਣ। ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਬਾਣੀ ਪੜ੍ਹੀਏ, ਫਿਰ ਮੈਂ ਬੇਨਤੀ ਕਰਾਂ ਨਾਮ ਜਪੀਏ, ਸਹਿਜ ਪਾਠ ਕਰੀਏ, ਗੁਰੂ ਵਾਲੇ ਬਣੀਏ, ਤਾਂ ਜੋ ਸਾਡੇ ਸਿੱਖ ਪੰਥ ਦੀ ਪੂਰੀ ਦੁਨੀਆ ਦੇ ਵਿੱਚ ਚੜ੍ਹਦੀ ਕਲਾ ਹੋ ਸਕੇ। ਬਹੁਤ ਹੀ ਸੋਹਣਾ ਉਪਰਾਲਾ ਗੁਰੂ ਗੋਬਿੰਦ ਸਿੰਘ ਸੇਵਕ ਜੱਥਾ ਮੁੰਬਈ। ਜੇ ਕਿਸੇ ਨੂੰ ਵੀ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਹੋਵੇ ਤੇ ਤੁਸੀਂ ਭਾਈ ਜਸਵਿੰਦਰ ਸਿੰਘ ਹੋਣਾ ਨੂੰ ਫੋਨ ਕਰਕੇ ਜਿਹੜਾ ਹੈ ਉਹ ਪੁੱਛ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।